ਹੈਲੋ ਫਰੈਂਡਸ, ਵਗਦੀ ਰਾਵੀ ਵਰਿਆਮ ਸਿੰਘ ਸੰਧੂ ਜੀ ਦਾ ਸਫ਼ਰਨਾਮਾ ਜੋ ਆਪਾਂ ਪੜ੍ਹ ਰਹੇ ਹਾਂ। ਪਿਛਲੇ ਦਿਨੀ ਆਪਾਂ ਉਹਨਾਂ ਦਾ ਪਹਿਲਾ ਕਾਂਡ ਪੜ੍ਹਿਆ, ਨਦੀਓਂ ਪਾਰ ਰਾਂਝਣ ਦਾ ਠਾਣਾ। ਇਹ ਪਹਿਲਾ ਕਾਂਡ ਸੀ ਸਫ਼ਰਨਾਮੇ ਦਾ, ਆਪਾਂ ਉਹ ਕੰਪਲੀਟ ਕੀਤਾ। ਅੱਜ ਆਪਾਂ ਸਫ਼ਰਨਾਮੇ ਦਾ ਦੂਜਾ ਕਾਂਡ ਹੈ ਖੁਸ਼ੀ ਤੇ ਪੀੜ, ਆਪਾਂ ਉਹ ਪੜ੍ਹਦੇ ਹਾਂ ਅੱਜ। ਖੁਸ਼ੀ ਤੇ ਪੀੜ। ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿੱਚ ਆਲਮੀ ਪੰਜਾਬੀ ਕਾਨਫਰੰਸ ਕਰਵਾਉਣ ਦੀਆਂ ਖਬਰਾਂ ਅਖਬਾਰਾਂ ਵਿੱਚ ਛਪੀਆਂ ਤਾਂ ਮੈਂ ਦਿੱਲੀ ਸਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿੱਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ਲਓ ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ। ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ 'ਤੇ ਇੱਥੇ ਸੱਦ ਕੇ ਕੰਬਲ ਸੰਬਲ ਵੀ ਦੇਣਾ ਸੀ, ਪਰ ਚਲੋ ਕੋਈ ਨਹੀਂ, ਆ ਕੇ ਸਹੀ। ਮੈਂ ਤੁਹਾਨੂੰ ਫਾਰਮ ਭੇਜ ਦਿਆਂਗਾ, ਤੁਸੀਂ ਡੈਲੀਗੇਟ ਫੀਸ ਅਤੇ ਵੀਜ਼ਾ ਫੀਸ ਫਾਰਮ ਭਰ ਕੇ ਭੇਜਦੇ ਨੇ। ਜਲੰਧਰੋਂ ਜਾਣ ਵਾਲੇ ਅਸੀਂ ਆਪਣੀ ਪਛਾਣ ਵਾਲੇ 5 ਕੁ ਜਣੇ ਸਾਂ। ਡਾਕਟਰ ਜਗਤਾਰ, ਸਤਨਾਮ ਸਿੰਘ ਮਾਨਕ, ਪਹਿਲਵਾਨ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਤੇ ਅਮਰ ਸਿੰਘ ਅਤੇ ਮੈਂ। ਫਾਰਮ ਭਰ ਕੇ ਭੇਜਣ ਦੀ ਸਮੁੱਚੀ ਪ੍ਰਕਿਰਿਆ 'ਚੋਂ ਗੁਜ਼ਰਨ ਪਿੱਛੋਂ ਅਸੀਂ ਉਡੀਕਣ ਲੱਗੇ ਕਿ ਪ੍ਰਬੰਧਕਾਂ ਵੱਲੋਂ ਕਿਸ ਸਮੇਂ ਵੀਜ਼ਾ ਲੱਗਣ ਦੀ ਖਬਰ ਪੁੱਜਦੀ ਹੈ। ਉਂਝ ਹਰ ਪਾਸਿਓਂ ਆਲਮੀ ਪੰਜਾਬੀ ਕਾਨਫਰੰਸ ਉੱਤੇ ਜਾਣ ਵਾਲੇ ਮਿੱਤਰਾਂ ਦੀ ਖੁਸ਼ੀ ਤੇ ਚਿੰਤਾ ਦਾ ਪਤਾ ਲੱਗਦਾ ਰਹਿੰਦਾ। ਚਿੰਤਾ ਇਸ ਗੱਲ ਦੀ ਸੀ ਕਿ ਕਾਨਫਰੰਸ ਸਿਰ 'ਤੇ ਆ ਚੁੱਕੀ ਸੀ ਤੇ ਅਜੇ ਤੱਕ ਵੀਜ਼ਾ ਲਵਾਉਣ ਲਈ ਪ੍ਰਬੰਧਕਾਂ ਨੇ ਕੋਈ ਉਦਮ ਨਹੀਂ ਸੀ ਕੀਤਾ। ਕੋਈ ਕਹਿੰਦਾ ਡੈਲੀਗੇਟਾਂ ਦੀ ਗਿਣਤੀ ਲੋੜੀਂਦੀ ਗਿਣਤੀ ਤੋਂ ਵੱਧ ਗਈ ਹੈ। ਪ੍ਰਬੰਧਕਾਂ ਲਈ ਮੁਸ਼ਕਲ ਬਣ ਗਈ ਹੈ ਕਿ ਕਿਹਨੂੰ ਰੱਖੀਏ ਤੇ ਕਿਹਨੂੰ ਛੱਡੀਏ। ਕਿਸੇ ਹੋਰ ਦੀ ਸੂਚਨਾ ਹੁੰਦੀ, ਪ੍ਰਬੰਧਕ ਆਪਣੇ ਚਹੇਤੇ ਰਿਸ਼ਤੇਦਾਰਾਂ ਤੇ ਬਾਲ ਬੱਚਿਆਂ ਨੂੰ ਨਾਲ ਲਿਜਾਣ ਲਈ ਯੋਗ ਬੰਦਿਆਂ ਤੇ ਕੁਹਾੜਾ ਫੇਰਨ ਲਈ ਤੁਲੇ ਹੋਏ ਨੇ। ਮੇਰੇ ਲਈ ਸੱਚਾਈ ਦਾ ਨਿਰਣਾ ਕਰਨਾ ਔਖਾ ਸੀ, ਪਰ ਇੰਨੀ ਚਿੰਤਾ ਜ਼ਰੂਰ ਸੀ ਕਿ ਕਾਨਫਰੰਸ 2 ਦਿਨ ਬਾਕੀ ਹਨ ਤੇ ਪ੍ਰਬੰਧਕ ਅਜੇ ਕੁਝ ਵੀ ਨਹੀਂ ਕਰ ਰਹੇ। ਫਿਰ ਪਤਾ ਲੱਗਾ ਕਿ ਪ੍ਰਬੰਧਕ ਪਾਕਿਸਤਾਨ ਦੇ ਦੂਤਘਰ 'ਚ 10 ਅਪ੍ਰੈਲ ਨੂੰ ਹਾਜ਼ਰ ਹੋਏ ਸਨ। ਕੁਝ ਕਾਰਨਾਂ ਕਰਕੇ ਉਹਨਾਂ ਨੂੰ ਅਗਲੇ ਦਿਨ ਹਾਜ਼ਰ ਹੋਣ ਲਈ ਕਿਹਾ ਗਿਆ। 11 ਅਪ੍ਰੈਲ ਦਾ ਦਿਨ ਬੜਾ ਤਣਾਅ ਭਰਿਆ ਸੀ। 12 ਅਪ੍ਰੈਲ ਨੂੰ ਲਾਹੌਰ ਵੱਲ ਰਵਾਨਗੀ ਜ਼ਰੂਰੀ ਸੀ। ਸ਼ਾਮ ਤੱਕ ਵੀਜ਼ੇ ਲੱਗਣੇ ਸਨ। ਇਸ ਗੱਲ ਦੀ ਉੱਕਾ ਕੋਈ ਸੰਭਾਵਨਾ ਨਹੀਂ ਸੀ ਰਹਿ ਜਾਂਦੀ ਕਿ ਪ੍ਰਬੰਧਕ ਹਰੇਕ ਡੈਲੀਗੇਟ ਨੂੰ ਸੂਚਨਾ ਦਿੰਦੇ ਜਾਂ ਦੇ ਸਕਦੇ। ਉਹਨਾਂ ਨੂੰ ਸੂਚਨਾ ਦੇਣੀ ਬਣਦੀ ਸੀ, ਪਰ ਕੁਝ ਪ੍ਰਬੰਧਕ ਵੀਜ਼ਾ ਲਵਾਉਣ 'ਚ ਰੁੱਝੇ ਸਨ, ਕੁਝ ਉਹਨਾਂ ਦਾ ਸੁਨੇਹਾ ਉਡੀਕਣ ਵਿੱਚ। ਮੈਂ ਕਦੀ ਚੰਡੀਗੜ੍ਹ ਆਰਟਸ ਕੌਂਸਲ ਦੇ ਦਫ਼ਤਰ ਫੋਨ ਕਰਦਾ, ਕਦੀ ਦਿੱਲੀ ਨੂਰ ਵੱਲ, ਪਰ ਕੁਝ ਪਤਾ ਨਹੀਂ ਸੀ ਲੱਗ ਰਿਹਾ। ਉਹਨਾਂ ਦੇ ਘਰੋਂ ਜਵਾਬ ਮਿਲ ਰਿਹਾ ਸੀ ਕਿ ਉਹ ਦੂਤਘਰ ਵਿੱਚ ਹਨ ਤੇ ਉਹਨਾਂ ਘਰ ਨਹੀਂ ਆਉਣਾ। ਉੱਥੋਂ ਵੀਜ਼ੇ ਲੈਂਦਿਆਂ ਸਾਰ ਹੀ ਉਹਨਾਂ ਵਾਘੇ ਵੱਲ ਚਾਲੇ ਪਾ ਦੇਣੇ ਨੇ। ਚੰਡੀਗੜ੍ਹ ਦਫ਼ਤਰ ਵਿੱਚ ਬੈਠੀਆਂ ਕੁੜੀਆਂ ਕਹਿੰਦੀਆਂ, ਅਸੀਂ ਫੈਕਸ 'ਤੇ ਬੈਠੇ ਹੋਏ ਹਾਂ, ਜਦੋਂ ਵੀਜ਼ਾ ਲੱਗੇ ਨਾਵਾਂ ਦੀ ਸੂਚੀ ਆ ਗਈ ਅਸੀਂ ਤੁਹਾਨੂੰ ਤੁਰੰਤ ਸੂਚਿਤ ਕਰ ਦਿਆਂਗੇ। ਮੈਂ, ਜਗਤਾਰ ਤੇ ਸਤਨਾਮ ਸਿੰਘ ਮਾਨਕ ਥੋੜ੍ਹੇ ਸਮੇਂ ਬਾਅਦ ਆਪਸ ਵਿੱਚ ਵੀ ਸੂਚਨਾ ਸਾਂਝੀ ਕਰਨ ਲਈ ਫੋਨ ਕਰ ਰਹੇ ਸਾਂ ਤੇ ਵੱਖ-ਵੱਖ ਥਾਵਾਂ 'ਤੇ ਦਿੱਲੀ, ਚੰਡੀਗੜ੍ਹ ਆਪਣੇ ਸੰਪਰਕ ਸੂਤਰਾਂ ਨਾਲ ਵੀ ਤਾਲਮੇਲ ਰੱਖ ਰਹੇ ਸਾਂ। ਸੂਰਜ ਡੁੱਬ ਗਿਆ, ਪਰ ਕੋਈ ਸੂਚਨਾ ਨਹੀਂ। ਮੈਂ ਕਰਤਾਰ ਸਿੰਘ ਪਹਿਲਵਾਨ ਦੇ ਵੱਡੇ ਭਰਾ ਗੁਰਚਰਨ ਸਿੰਘ ਨੂੰ ਕਿਹਾ ਕਿ ਉਹ ਮੋਬਾਈਲ 'ਤੇ ਸੰਤੋਖ ਸਿੰਘ ਮੰਡੇਰ ਨਾਲ ਸੰਪਰਕ ਕਰੇ ਤੇ ਪਤਾ ਕਰਕੇ ਦੱਸੇ। ਥੋੜ੍ਹੀ ਦੇਰ ਬਾਅਦ ਗੁਰਚਰਨ ਸਿੰਘ ਦਾ ਫੋਨ ਆਇਆ, ਭਾਜੀ ਤੁਹਾਡਾ ਵੀਜ਼ਾ ਲੱਗ ਗਿਆ, ਪਰ ਕੁਝ ਪੱਤਰਕਾਰਾਂ ਦੇ ਵੀਜ਼ੇ ਉਹਨਾਂ ਨਹੀਂ ਲਾਏ। ਮੰਡੇਰ ਅਜੇ ਦੂਤਘਰ ਵਿੱਚ ਹੀ ਹੈ ਤੇ ਜ਼ੋਰ ਪਾ ਰਿਹਾ ਕੁਝ ਵੀਜ਼ਿਆਂ ਲਈ, ਪਰ ਇਹ ਅਧਿਕਾਰਤ ਸੂਚਨਾ ਨਹੀਂ ਸੀ। ਕੌਣ ਦੱਸੇ ਕਿੱਥੇ ਪਹੁੰਚਣਾ, ਕਿੰਨੇ ਵਜੇ ਪਹੁੰਚਣਾ। ਭਾਵੇਂ ਹਰੇਕ ਕੋਲ ਆਪਣੇ ਸੋਮਿਆਂ ਤੋਂ ਸੂਚਨਾ ਸੀ ਸਵੇਰੇ ਵਾਘਾ ਬਾਰਡਰ ਪੁੱਜਣ ਦੀ, ਪਰ ਜੇ ਵੀਜ਼ਾ ਨਾ ਲੱਗਿਆ ਤਾਂ ਵਾਘੇ ਤੋਂ ਮੁੜਨ ਦੀ ਨਮੋਸ਼ੀ ਝੱਲਣੀ ਔਖੀ ਲੱਗਦੀ ਸੀ। ਅਸੀਂ ਪ੍ਰਬੰਧਕਾਂ ਦੀ ਇਸ ਨਾਲਾਇਕੀ 'ਤੇ ਗੁੱਸੇ ਹੋ ਰਹੇ ਸਾਂ ਕਿ ਜੰਝ ਬੂਹੇ 'ਤੇ ਆ ਢੁੱਕੀ ਸੀ ਅਤੇ ਅਜੇ ਤੱਕ ਕੁੜੀ ਦੇ ਕੰਨ ਵਿੰਨ੍ਹੇ ਜਾਣ ਦੀ ਤਿਆਰੀ ਵੀ ਨਹੀਂ ਸੀ ਹੋ ਸਕੀ।
ਮੈਂ, ਜਗਤਾਰ ਤੇ ਸਤਨਾਮ ਨੇ ਸਲਾਹ ਕੀਤੀ ਕਿ ਆਪਣੇ ਆਪਣੇ ਕੱਪੜੇ ਤਿਆਰ ਰੱਖੀਏ, ਜੋ ਹੋ ਵੇਖੀ ਜਾਊ। ਰਾਤ 11 ਵਜੇ ਚੰਡੀਗੜ੍ਹ ਤੋਂ ਰਘਵੀਰ ਸਿੰਘ ਸਿਰਜਣਾ ਦਾ ਫੋਨ ਆਇਆ। ਉਸ ਨੇ ਦੱਸਿਆ, ਮੈਂ ਹੁਣੇ ਆਰਟਸ ਕੌਂਸਲ ਦੇ ਦਫ਼ਤਰੋਂ ਆ ਰਿਹਾ। ਉੱਥੇ ਅੰਤਾਂ ਦੀ ਭੀੜ ਹੈ, ਬੜਾ ਘਚੌਲਾ ਮੱਚਿਆ ਪਿਆ। ਪਰ ਛੱਡੋ ਹੁਣ ਇਹ ਗੱਲ ਤੇਰਾ ਵੀਜ਼ਾ ਲੱਗ ਗਿਆ, ਮੈਂ ਪਤਾ ਕਰ ਲਿਆ। ਮੇਰਾ ਤੇ ਸੁਲੇਖਾ ਦਾ ਵੀਜ਼ਾ ਵੀ ਲੱਗ ਗਿਆ। ਮੈਂ ਉਸਦਾ ਧੰਨਵਾਦ ਕੀਤਾ। ਡਾਕਟਰ ਜਗਤਾਰ ਨੂੰ ਵੀ ਵੀਜ਼ਾ ਲੱਗ ਜਾਣ ਦੀ ਇਤਲਾਹ ਮਿਲ ਚੁੱਕੀ ਸੀ। ਜਗਤਾਰ ਸਵੇਰੇ 7 ਵਜੇ ਤੱਕ ਵਾਹਗਾ ਬਾਰਡਰ ਪੁੱਜਣ ਦੀ ਸਲਾਹ ਦੇ ਰਿਹਾ ਸੀ। ਦਿੱਲੀ ਵਾਲੇ ਦਿੱਲੀ ਤੋਂ ਵੀਜ਼ਾ ਲਵਾ ਕੇ ਸਿੱਧੇ ਤੁਰ ਪਏ ਸਨ। ਚੰਡੀਗੜ੍ਹ ਵਾਲਿਆਂ ਲਈ ਲੈ ਕੇ ਆਉਣ ਵਾਸਤੇ ਬੱਸ ਤਿਆਰ ਖਲੋਤੀ ਸੀ। ਅਸੀਂ ਜੇ ਵਾਹਗੇ ਪਹੁੰਚਣਾ ਸੀ ਤਾਂ ਸਾਡੇ ਕੋਲ ਆਪਣੀ ਸਵਾਰੀ ਚਾਹੀਦੀ ਸੀ। ਮਾਣਕ ਨੇ ਕਹਿ ਦਿੱਤਾ ਕਿ ਉਹ ਆਪਣੇ ਅਖਬਾਰ ਦੇ ਟਰੱਸਟੀ ਪ੍ਰੇਮ ਸਿੰਘ ਨਾਲ ਜਾਵੇਗਾ। ਜਗਤਾਰ ਕਹਿੰਦਾ, ਆਪਾਂ ਟੈਕਸੀ ਕਰ ਲਈਏ ਦੋਵੇਂ ਜਣੇ। ਮੇਰੇ ਕੋਲ ਇੱਕ ਬੰਦਾ ਹੈਗਾ, ਮੈਂ ਉਸ ਨਾਲ ਤੈਅ ਕਰ ਲੈਣਾ। ਮੈਂ ਹਾਮੀ ਭਰ ਦਿੱਤੀ ਤਾਂ ਉਸਨੇ 5 ਮਿੰਟ ਬਾਅਦ ਹੀ ਕਹਿ ਦਿੱਤਾ, ਗੱਲ ਹੋ ਗਈ ਹੈ। ਮੈਂ ਸਵੇਰੇ 5 ਵਜੇ ਤੇਰੇ ਘਰ ਪਹੁੰਚ ਜਾਵਾਂਗਾ, ਤੂੰ ਤਿਆਰ ਰਹੀਂ। ਭਾਵੇਂ ਮੈਨੂੰ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਕਹਿ ਚੁੱਕਾ ਸੀ ਸਵੇਲੇ ਇਕੱਠਿਆਂ ਵਾਹਗੇ ਜਾਣ ਲਈ, ਪਰ ਪਿਛਲੇ ਦਿਨਾਂ ਤੋਂ ਤੇ ਵਿਸ਼ੇਸ਼ ਕਰਕੇ ਅੱਜ ਸਵੇਰ ਤੋਂ ਜਿਵੇਂ ਸਾਡਾ ਆਪਸੀ ਰਾਬਤਾ ਬਣਿਆ ਹੋਇਆ ਸੀ, ਉਸ ਅਨੁਸਾਰ ਤੇ ਮਾਣਕ ਦੇ ਪ੍ਰੇਮ ਸਿੰਘ ਨਾਲ ਤੁਰ ਜਾਣ ਦੇ ਫੈਸਲੇ ਤੋਂ ਬਾਅਦ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਕਿ ਮੈਂ ਵੀ ਜਗਤਾਰ ਨੂੰ ਕਹਿ ਦਿਆਂ ਕਿ ਮੇਰਾ ਪ੍ਰਬੰਧ ਹੋ ਗਿਆ। ਮੈਂ ਗੁਰਚਰਨ ਨੂੰ ਕਿਹਾ ਕਿ ਅਸੀਂ ਕੁਝ ਹੋਰ ਦੋਸਤ ਵੀ ਹਾਂ, ਇਸ ਲਈ ਮੈਂ ਉਹਨਾਂ ਦੋਸਤਾਂ ਨਾਲ ਹੀ ਆ ਜਾਵਾਂ। ਗੁਰਚਰਨ ਸਿੰਘ ਨਾਲ ਵਾਹਗੇ ਤੇ ਜਗਤਾਰ ਨਾਲ ਸਵੇਰੇ 5 ਵਜੇ ਮਿਲਣ ਦਾ ਇਕਰਾਰ ਕਰਕੇ ਮੈਂ ਆਪਣੇ ਅਟੈਚੀ ਤਿਆਰ ਕਰਨ ਲੱਗ ਪਿਆ। 12 ਵੱਜਣ ਵਾਲੇ ਸਨ। ਸਮਾਨ ਪੈਕ ਕਰਕੇ ਅਜੇ ਸੌਣ ਲਈ ਤਿਆਰੀ ਹੀ ਕਰ ਰਿਹਾ ਸਾਂ ਕਿ ਫੋਨ ਦੀ ਘੰਟੀ ਖੜਕੀ। ਆ ਲਓ ਜੀ, ਗੱਲ ਕਰੋ, ਫੋਨ ਮਿਲਾਉਣ ਵਾਲਾ ਅੱਗੋਂ ਕਹਿ ਰਿਹਾ ਸੀ। ਭਾਜੀ, ਤੁਹਾਡਾ ਭਰਾ ਬਹੁਤ ਜ਼ਿਆਦਾ ਬਿਮਾਰ ਹੈ। ਇਸ ਵੇਲੇ ਬਾਬਾ ਬੁੱਢਾ ਸਾਹਿਬ ਹਸਪਤਾਲ ਤੋਂ ਬੋਲ ਰਹੀ ਹਾਂ। ਸਵੇਰੇ ਸੂਰਜ ਚੜ੍ਹਦੇ ਸਾਰ ਇੱਥੇ ਪਹੁੰਚ ਜਾਓ। ਡਾਕਟਰ ਕੋਈ ਮੂੰਹ ਸਿਰ ਨਹੀਂ ਦੱਸਦੇ। ਮੈਂ ਡੋਲ ਗਈ ਹਾਂ। ਮੈਂ ਤਾਂ ਕਮਲੀ ਬੋਲੀ ਹੋਈ ਪਈ ਹਾਂ। ਇਕੱਲੀ ਜਨਾਨੀ ਕੀ ਕਰਾਂ, ਕਿੱਥੇ ਜਾਵਾਂ ਉਹਨੂੰ ਲੈ ਕੇ? ਛੇਤੀ ਆ ਜਾਓ। ਇਹ ਮੇਰੀ ਛੋਟੀ ਭਰਜਾਈ ਬੀਰੋ ਸੀ। ਮੈਂ ਤਾਂ ਸਵੇਰੇ ਪਾਕਿਸਤਾਨ ਜਾ ਰਿਹਾ। ਕਿਤੇ ਨਹੀਂ ਜਾਣਾ, ਪਹਿਲਾਂ ਇੱਥੇ ਆਓ। ਸਭ ਕੰਮ ਛੱਡ ਕੇ। ਉਹਦੀ ਜਿੱਦ ਬੜੀ ਵਾਜਬ ਸੀ। ਮੈਂ ਘਬਰਾ ਗਿਆ। ਪਤਾ ਨਹੀਂ ਮੇਰੇ ਭਰਾ ਦਾ ਕੀ ਹਾਲ ਸੀ। ਅੱਧੀ ਰਾਤ ਫੋਨ ਕਰਨਾ ਤੇ ਤੁਰੰਤ ਪਹੁੰਚਣ ਲਈ ਆਖਣਾ ਨਿਸ਼ਚੇ ਹੀ ਬੜੀ ਗੰਭੀਰ ਗੱਲ ਸੀ। ਪਾਕਿਸਤਾਨ ਜਾਣ ਦੇ ਸਾਰੇ ਉਤਸ਼ਾਹ 'ਤੇ ਪਾਣੀ ਪੈ ਗਿਆ। ਇੱਕ ਉਮਰਾਂ ਦੀ ਸਿੱਖ ਪੂਰੀ ਹੋਣ ਜਾ ਰਹੀ ਸੀ, ਪਰ ਅੱਧ ਵਾਟੇ ਰਹਿ ਚੱਲੀ ਸੀ ਤੇ ਉਤੋਂ ਮਾਂ ਜਾਏ ਭਰਾ ਦੇ ਅਤ ਗੰਭੀਰ ਹਾਲਤ ਵਿੱਚ ਹੋਣ ਦਾ ਡੂੰਘਾ ਸਦਮਾ। ਇਹ ਦੋਹਰਾ ਸਦਮਾ ਸੀ ਮੇਰੇ ਲਈ। ਮੈਂ ਬੌਂਦਲ ਗਿਆ। ਪਾਕਿਸਤਾਨ ਜਾਣ ਤਾਂ ਰਹਿ ਗਿਆ, ਹੁਣ ਸ਼ਿੰਦੇ ਦਾ ਪਤਾ ਨਹੀਂ ਕੀ ਹਾਲ ਹੈ। ਮੇਰਾ ਅੰਦਰ ਦੋਹਾਂ ਸਿਰਿਆਂ ਤੋਂ ਖਿੱਚਿਆ ਜਾ ਰਿਹਾ ਸੀ। ਅੰਤਾਂ ਦੇ ਤਣਾਅ ਨੂੰ ਢਿੱਲਾ ਕਰਨ ਲਈ ਮੇਰੀ ਪਤਨੀ ਰਜਵੰਤ ਨੇ ਕੋਸ਼ਿਸ਼ ਕੀਤੀ। ਫਿਕਰ ਨਾ ਕਰੋ। ਕਈ ਵਾਰ ਇਕੱਲਾ ਬੰਦਾ ਘਬਰਾ ਜਾਂਦਾ। ਬਹੁਤੀ ਗੱਲ ਹੈ ਤਾਂ ਮੈਂ ਸਵੇਰੇ ਪਹਿਲੀ ਬੱਸੇ ਉੱਥੇ ਚਲੇ ਜਾਊਂ। ਭਿੰਦੇ ਤੇ ਰਾਜੂ ਹੋਰਾਂ ਨੂੰ ਨਾਲ ਲੈ ਲਊਂ ਜੇ ਲੋੜ ਪਈ ਤਾਂ। ਉਹ ਆਪਣੇ ਭਤੀਜਿਆਂ ਦੇ ਹਵਾਲੇ ਨਾਲ ਗੱਲ ਕਰ ਰਹੀ ਸੀ। ਬੀੜ ਬਾਬਾ ਬੁੱਢਾ ਸਾਹਿਬ ਦਾ ਇਹ ਹਸਪਤਾਲ ਮੇਰੇ ਸਹੁਰੇ ਪਿੰਡ ਝਬਾਲ ਦੀ ਜ਼ਮੀਨ ਵਿੱਚ ਹੀ ਹੈ। ਮੇਰੀ ਪਤਨੀ ਮੇਰੀ ਜ਼ਿੰਮੇਵਾਰੀ ਓੜਨ ਲਈ ਤਿਆਰ ਸੀ, ਪਰ ਨਏ ਜਾਣੀਏ ਮੈਂ ਪਾਕਿਸਤਾਨ ਜਾਣ ਦਾ ਖਤਰਾ ਮੁੱਲ ਲੈਣ ਲਈ ਤਿਆਰ ਨਹੀਂ ਸਾਂ। ਉਂਝ ਜੇ ਤੁਹਾਡਾ ਮਨ ਨਹੀਂ ਮੰਨਦਾ ਤਾਂ ਬੇਸ਼ੱਕ ਨਾ ਜਾਵੋ। ਮੈਂ ਆਪਣੇ ਸਿਰ ਉਲਾਮਾ ਨਹੀਂ ਲੈਣਾ ਚਾਹੁੰਦੀ। ਮੈਨੂੰ ਆਸਰਾ ਦੇ ਕੇ ਵੀ ਉਸਨੇ ਮੇਰੇ ਉੱਤੇ ਹੀ ਗੱਲ ਸੁੱਟ ਦਿੱਤੀ ਸੀ। ਮੈਂ ਇਸ ਦੇ ਭਾਰ ਹੇਠਾਂ ਦੱਬਿਆ ਜਾ ਰਿਹਾ ਸਾਂ। ਦੋਹਰੇ ਤੇ ਡੂੰਘੇ ਗਮ ਨੇ ਡੁਬਾ। ਮੈਂ ਛੱਤ 'ਤੇ ਟੰਗੇ ਪੱਖੇ ਵੱਲ ਵੇਖੀ ਜਾ ਰਿਹਾ ਸਾਂ। ਰਾਤ ਦਾ 1 ਵੱਜ ਚੁੱਕਾ ਸੀ। ਮੈਂ ਕਦੀ ਉਸਨੂੰ ਕਹਿੰਦਾ, ਤੂੰ ਸਵੇਰੇ ਸਵਖਤੇ ਹੀ ਚਲੀ ਜਾਈਂ, ਪੈਸੇ ਨਾਲ ਲੈ ਜਾਈਂ, ਲੋੜ ਪਈ ਤਾਂ ਭਿੰਦੇ ਹੋਰਾਂ ਨੂੰ ਨਾਲ ਲੈ ਕੇ ਜਿੱਥੇ ਆਖਣ ਦਾਖਲ ਕਰਵਾਈਂ। ਪਰ ਦੂਜੇ ਪਲ ਹੀ ਆਖਦਾ, ਚਲੋ ਛੱਡੋ, ਪਾਕਿਸਤਾਨ ਨਹੀਂ ਜਾਂਦੇ, ਫਿਰ ਕਦੀ ਮੌਕਾ ਲੱਗੂ ਤਾਂ ਵੇਖੀ ਜਾਊ।
ਨਿਸ਼ਚੇ ਹੀ ਭਰਾ ਕੋਲ ਜਾਣ ਦਾ ਪਲੜਾ ਭਾਰੀ ਸੀ, ਪਰ ਪਾਕਿਸਤਾਨ ਦੀ ਧਰਤੀ 'ਤੇ ਜਾਣ ਦੀ ਅੱਧੀ ਸਦੀ ਤੋਂ ਵੱਧ ਦੀ ਪਲ-ਪਲ ਪੈਂਦੀ ਖਿੱਚ ਤੁਰ ਅੰਦਰੋਂ ਤੁਣਕੇ ਮਰੀ ਜਾ ਰਹੀ ਸੀ। ਮੈਂ ਜਾਗੋ ਮਿੱਟੀ 'ਤੇ ਦੁਬਦਾ ਵਿੱਚ ਬਾਕੀ ਬਚਦੇ ਘੰਟੇ ਲੰਘਾਏ। 4 ਵਜੇ ਫੋਨ ਦੀ ਘੰਟੀ ਖੜਕੀ। ਮੇਰੇ ਭਰਾ ਦੀ ਪਤਨੀ ਬੋਲ ਰਹੀ ਸੀ, ਭਾਜੀ ਅਸੀਂ ਜਾਗਦਿਆਂ ਰਾਤ ਲੰਘਾਈ ਹੈ, ਸਭ ਕੰਮ ਛੱਡ ਕੇ ਛੇਤੀ ਪੁੱਜਣ ਦੀ ਕਰੋ। ਅੱਛਾ ਮੈਂ ਆਉਣਾ, ਫਿਕਰ ਨਾ ਕਰੋ ਤੁਸੀਂ, ਮੈਂ ਉਸਨੂੰ ਢਾਰਸ ਦਿੱਤੀ। ਮੈਂ ਬੜੇ ਭਾਰੀ ਮਨ ਨਾਲ ਉੱਠਿਆ ਤੇ ਬਾਥਰੂਮ ਵਿੱਚ ਨਹਾਉਣ ਲਈ ਜਾ ਵੜਿਆ। ਫੋਨ ਦੀ ਘੰਟੀ ਖੜਕੀ। ਰਜਵੰਤ ਫੋਨ 'ਤੇ ਗੱਲ ਕਰ ਰਹੀ ਸੀ। ਮੈਂ ਘਬਰਾ ਕੇ ਬਾਹਰ ਆਇਆ ਤਾਂ ਰਜਵੰਤ ਨੇ ਆਖਿਆ, ਨਹਾਓ ਤੁਸੀਂ। ਭਾਜੀ ਜਗਤਾਰ ਦਾ ਫੋਨ ਸੀ, ਕਹਿੰਦੇ ਸਨ ਤੁਹਾਨੂੰ ਜਗਾ ਦਿਆਂ। ਤੂੰ ਆਖ ਦੇਣਾ ਸੀ ਕਿ ਉਹਨਾਂ ਨੇ ਨਹੀਂ ਜਾਣਾ ਹੁਣ। ਮੈਂ ਬੁੜਬੁੜਾਉਂਦਾ ਬਾਥਰੂਮ ਵੱਲ ਤੁਰ ਪਿਆ। ਨਹਾ ਕੇ ਬਾਹਰ ਆਇਆ ਤਾਂ ਰਜਵੰਤ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਮੈਂ ਸੁਣਿਆ ਉਹ ਆਪਣੇ ਭਤੀਜੇ ਭੁਪਿੰਦਰ ਨੂੰ ਮੁਖਾਤਬ ਸੀ। ਭਿੰਦਿਆ ਹੈਥੇ ਬਾਬੇ ਬੁੱਢੇ ਹਸਪਤਾਲ ਵਿੱਚ ਮੇਰਾ ਦਿਓਰ ਬਿਮਾਰ ਹੈ, ਇਹਨਾਂ ਪਾਕਿਸਤਾਨ ਜਾਣਾ ਸੀ। ਤੂੰ ਪਤਾ ਕਰ ਸਕਦਾ ਹਸਪਤਾਲੋਂ ਕਿ ਮਰੀਜ਼ ਦੀ ਪੋਜੀਸ਼ਨ ਕੀ ਹੈ, ਕੀ ਬਿਮਾਰੀ ਹੈ ਤੇ ਇੱਥੇ ਉਹਦਾ ਇਲਾਜ ਹੋ ਸਕਦਾ ਹੈ ਜਾਂ ਨਹੀਂ। ਖਤਰੇ ਵਾਲੀ ਗੱਲ ਹੈ ਤਾਂ ਨਹੀਂ? ਜੇ ਖਤਰਾ ਨਾ ਹੋਵੇ ਤਾਂ ਇਹ ਚਲੇ ਜਾਣ। ਮੈਂ ਆ ਜਾਂਦੀ ਹਾਂ ਤੇ ਆਪਾਂ ਸਾਰਾ ਵੇਖ ਲੈਂਦੇ ਹਾਂ। ਭੁਪਿੰਦਰ ਨੇ ਕਿਹਾ ਕਿ ਡਾਕਟਰ ਉਸ ਦਾ ਦੋਸਤ ਹੈ, ਉਹ ਉਸ ਨਾਲ ਤਾਲਮੇਲ ਕਰਕੇ ਹੁਣੇ ਸੂਚਿਤ ਕਰੇਗਾ। ਥੋੜ੍ਹੀ ਦੇਰ ਬਾਅਦ ਭੁਪਿੰਦਰ ਦਾ ਫੋਨ ਆਇਆ। ਭੂਆ ਜੀ ਮੈਂ ਪਤਾ ਕਰ ਲਿਆ, ਪਹਿਲੀ ਗੱਲ ਖਤਰੇ ਵਾਲੀ ਕੋਈ ਗੱਲ ਨਹੀਂ, ਉਹਦਾ ਇੱਥੇ ਹੀ ਠੀਕ ਇਲਾਜ ਹੋ ਜਾਊ ਤੇ ਉਹ ਰਾਜੀ ਵੀ ਹੋ ਜਾਊ। ਤੁਸੀਂ ਬੇਸ਼ੱਕ ਆਓ, ਆਪਾਂ ਵੇਖ ਲੈਂਦੇ ਹਾਂ, ਪਰ ਫਿਕਰ ਵਾਲੀ ਕੋਈ ਗੱਲ ਨਹੀਂ। ਫੁੱਫੜ ਜੀ ਪਾਕਿਸਤਾਨ ਨੂੰ ਹੋ ਆਉਣ, ਮਸਾਂ ਕਿਤੇ ਮੌਕਾ ਮਿਲਿਆ। ਇੱਥੇ ਸਭ ਡਾਕਟਰ ਮੇਰੇ ਵਾਕਫ ਨੇ, ਮੈਂ ਪੂਰੇ ਭਰੋਸੇ ਨਾਲ ਗੱਲ ਕਰ ਰਿਹਾ ਹਾਂ। ਭੁਪਿੰਦਰ ਦੀ ਗੱਲ ਨਾਲ ਮੈਨੂੰ ਹੌਸਲਾ ਹੋਇਆ। ਫਿਰ ਹੁਣ ਭਰਾ ਨੂੰ ਬਿਮਾਰ ਛੱਡ ਕੇ ਤੁਰ ਜਾਣ ਦੇ ਵਿਚਾਰ ਨਾਲ ਪੈਦਾ ਹੋਏ ਗੁਨਾਹ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਮੈਂ ਪਤਨੀ ਤੋਂ ਅਜੇ ਵੀ ਆਸਰਾ ਭਾਲ ਰਿਹਾ ਸਾਂ ਕਿ ਮੈਂ ਤਾਂ ਪਾਕਿਸਤਾਨ ਉਸਦੇ ਕਹਿਣ 'ਤੇ ਹੀ ਜਾਣ ਲੱਗਾ ਹਾਂ, ਵਰਨਾ ਵੇਖ ਲਓ ਖਤਰੇ ਵਾਲੀ ਗੱਲ ਤਾਂ ਕੋਈ ਨਹੀਂ, ਮੈਂ ਚਲੇ ਹੀ ਜਾਣਾ। ਜੇ ਉਹੋ ਜਿਹੀ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਆਪ ਹੀ ਰੋਕ ਲੈਣਾ ਸੀ। ਆਖੋਂ ਤਾਂ ਮੈਂ ਵੀਰੋ ਨਾਲ ਹੁਣੇ ਗੱਲ ਵੀ ਕਰ ਲੈਂਦੀ ਹਾਂ। ਉਸਨੇ ਹਸਪਤਾਲ ਦਾ ਨੰਬਰ ਘੁਮਾਇਆ ਤੇ ਵੀਰੋ ਨੂੰ ਸੱਦਿਆ। ਉਸਨੂੰ ਸਾਰੀ ਗੱਲ ਦੱਸ ਕੇ ਹੌਸਲਾ ਦਿੱਤਾ ਤੇ ਦੱਸਿਆ ਕਿ ਸਾਰੀ ਗੱਲ ਪਤਾ ਲੱਗਣ ਤੋਂ ਪਿੱਛੋਂ ਹੀ ਮੈਂ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਉਸਨੂੰ ਢਾਰਸ ਦੇ ਕੇ ਹਟੀ ਹੀ ਸੀ ਕਿ ਬਾਹਰੋਂ ਕਾਰ ਦਾ ਹਾਰਨ ਸੁਣਾਈ ਦਿੱਤਾ। ਜਗਤਾਰ ਆ ਗਿਆ। ਇਸੇ ਕਾਰਨ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੰਟੀਨਿਊ ਕਰਾਂਗੇ ਜੀ। ਧੰਨਵਾਦ।